Hello students, today I explain the chapter of history, political and social condition of the Punjab before Guru Nanak Dev Ji। ਅੱਜ ਮੈਂ ਜਿਸ ਵਿਸ਼ੇ ਦੇ ਉੱਪਰ ਵਿਚਾਰ ਕਰਨ ਜਾ ਰਹੀ ਹਾਂ ਉਸ ਚੈਪਟਰ ਦਾ ਨਾਮ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ। ਅੱਜ ਦੇ ਅਸੀਂ ਲੈਸਨ ਦੇ ਵਿੱਚ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੀ ਰਾਜਨੀਤਿਕ ਤੇ ਸਮਾਜਿਕ ਅਵਸਥਾ ਕਿਹੋ ਜਿਹੀ ਸੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਅਵਸਥਾ ਕਿਹੋ ਜਿਹੀ ਸੀ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਦੇ ਵਿੱਚ ਹੋਇਆ। ਉਹਨਾਂ ਦੇ ਜੀਵਨ ਕਾਲ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਬਹੁਤ ਜ਼ਿਆਦਾ ਚੰਗੀ ਨਹੀਂ ਸੀ। ਇੱਥੋਂ ਦੇ ਜੋ ਸ਼ਾਸਕ ਸਨ ਬਹੁਤ ਹੀ ਜ਼ਿਆਦਾ ਕਮਜ਼ੋਰ ਸਨ ਅਤੇ ਉਹਨਾਂ ਵਿੱਚ ਆਪਸੀ ਫੁੱਟ ਸੀ ਅਤੇ ਪੰਜਾਬ ਉੱਪਰ ਗੁਰੂ ਨਾਨਕ ਦੇਵ ਜੀ ਦੇ ਸਮੇਂ ਕਾਫੀ ਵਿਦੇਸ਼ੀ ਹਮਲੇ ਵੀ ਹੋਏ। ਅੱਗੇ ਅਸੀਂ ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੀ ਜੋ ਹੈ ਰਾਜਨੀਤਿਕ ਅਵਸਥਾ ਦਾ ਵਰਣਨ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੋ ਪੰਜਾਬ ਦੇ ਰਾਜਨੀਤਿਕ ਸ਼ਾਸਕ ਸਨ ਉਹ ਲੋਧੀ ਸ਼ਾਸਕ ਸਨ। ਪੰਜਾਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੋ ਪੰਜਾਬ ਸੀ ਲੋਧੀ ਵੰਸ਼ ਦੇ ਅਧੀਨ ਸੀ। ਇਸ ਰਾਜਵੰਸ਼ ਦੇ ਜਿਹੜੇ ਮਹੱਤਵਪੂਰਨ ਸ਼ਾਸਕ ਸਨ ਬਹਿਲੋਲ ਖਾਂ ਲੋਧੀ, ਸਿਕੰਦਰ ਲੋਧੀ ਅਤੇ ਇਬਰਾਹਿਮ ਲੋਧੀ ਸਨ। ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਧੀ ਸ਼ਾਸਕਾਂ ਦੇ ਅਧੀਨ ਜੋ ਪੰਜਾਬ ਸੀ ਤਾਂ ਉਸ ਸਮੇਂ ਦੀ ਜੋ ਰਾਜਨੀਤਿਕ ਅਵਸਥਾ ਸੀਗੀ ਬਹੁਤ ਜ਼ਿਆਦਾ ਬੁਰੀ ਸੀ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਜੋ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਅਵਸਥਾ ਬਹੁਤ ਹੀ ਜ਼ਿਆਦਾ ਖਰਾਬ ਸੀ। ਇਹ ਪ੍ਰਦੇਸ਼ ਉਹਨਾਂ ਦਿਨਾਂ ਵਿੱਚ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਦਿੱਲੀ ਸਲਤਨਤ ਦਾ ਅੰਗ ਸੀ। ਜੋ ਪੰਜਾਬ ਰਾਜ ਸੀ ਉਸ ਨੂੰ ਲਾਹੌਰ ਪ੍ਰਾਂਤ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਪਰ ਦਿੱਲੀ ਸਲਤਨਤ ਦੀ ਸ਼ਾਨ ਹੁਣ ਜਾਂਦੀ ਰਹੀ ਸੀ, ਇਸ ਲਈ ਉਹ ਕੇਂਦਰੀ ਸੱਤਾ ਕਾਇਮ ਨਾ ਰਹਿਣ ਕਾਰਨ ਪੰਜਾਬ ਦੇ ਸ਼ਾਸਨ ਵਿੱਚ ਢਿੱਲ ਆ ਗਈ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਜੋ ਜੀਵਨ ਹੈ ਉਹ ਕੋਈ ਜ਼ਿਆਦਾ ਵਧੀਆ ਨਹੀਂ ਸੀ। ਤਾਂ ਅੱਗੇ ਅਸੀਂ ਪੂਰੇ ਵਿਸਥਾਰ ਸਹਿਤ ਚਰਚਾ ਕਰਾਂਗੇ ਕਿ 16ਵੀਂ ਸਦੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਰਾਜਨੀਤਿਕ ਅਵਸਥਾ ਉਹ ਕਿਹੋ ਜਿਹੀ ਸੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਉਸ ਸਮੇਂ ਦੇ ਜੋ ਸ਼ਾਸਕ ਸਨ ਉਹ ਬਹੁਤ ਹੀ ਜ਼ਿਆਦਾ ਨਿਰਕੁਸ਼ ਸ਼ਾਸਕ ਸਨ ਅਤੇ ਉਹਨਾਂ ਦੇ ਅਧੀਨ ਸ਼ਾਸਨ ਵੀ ਬਹੁਤ ਜ਼ਿਆਦਾ ਕੀ ਹੈ ਨਿਰਕੁਸ਼ ਸੀ। ਉਸ ਸਮੇਂ ਪੰਜਾਬ ਵਿੱਚ ਨਿਰਕੁਸ਼ ਸ਼ਾਸਨ ਸੀ। ਇਸ ਕਾਲ ਵਿੱਚ ਦਿੱਲੀ ਦੇ ਸਾਰੇ ਸੁਲਤਾਨ ਸਿਕੰਦਰ ਲੋਧੀ, ਇਬਰਾਹਿਮ ਲੋਧੀ ਸਾਰੇ ਨਿਰਕੁਸ਼ ਸਨ। ਰਾਜ ਦੀਆਂ ਸਾਰੀਆਂ ਸ਼ਕਤੀਆਂ ਇਹਨਾਂ ਦੇ ਹੱਥ ਵਿੱਚ ਕੇਂਦਰਿਤ ਸਨ। ਉਹਨਾਂ ਦੀ ਇੱਛਾ ਹੀ ਕਾਨੂੰਨ ਸੀ। ਜੋ ਉਹਨਾਂ ਦੇ ਬਣਾਏ ਹੋਏ ਕਾਨੂੰਨ ਸਨ ਉਹਨਾਂ ਦੇ ਖੁਦ ਬਣਾਏ ਹੋਏ ਉਹੀ ਲੋਕਾਂ ਨੂੰ ਉਹਨਾਂ ਨਿਯਮਾਂ ਦਾ ਹੀ ਪਾਲਣ ਕਰਨਾ ਪੈਂਦਾ ਸੀ। ਅਜਿਹੇ ਨਿਰਕੁਸ਼ ਸ਼ਾਸਨ ਦੇ ਅਧੀਨ ਪ੍ਰਜਾ ਦੇ ਅਧਿਕਾਰਾਂ ਦੀ ਕਲਪਨਾ ਵੀ ਵਿਅਰਥ ਸੀ। ਪ੍ਰਜਾ ਸੀ, ਲੋਕ ਸੀ ਬਹੁਤ ਜ਼ਿਆਦਾ ਨਾਖੁਸ਼ ਸਨ। ਲੋਕਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਜਾਂਦੇ ਸਨ, ਲੋਕਾਂ 'ਤੇ ਬਹੁਤ ਜ਼ਿਆਦਾ ਅਤਿਆਚਾਰ ਕੀਤੇ ਜਾਂਦੇ ਸਨ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਜੋ ਇੱਕ ਪ੍ਰਜਾ ਉਹ ਆਪਣੇ ਸ਼ਾਸਕਾਂ ਤੋਂ ਖੁਸ਼ ਨਹੀਂ ਸੀ। ਰਾਜਨੀਤਿਕ ਤੌਰ 'ਤੇ ਬਹੁਤ ਜ਼ਿਆਦਾ ਅਰਾਜਕਤਾ ਸੀ। ਲੋਧੀ ਸ਼ਾਸਕਾਂ ਦੇ ਅਧੀਨ ਸਾਰਾ ਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ। ਸਿਕੰਦਰ ਲੋਧੀ ਦੇ ਸ਼ਾਸਨ ਕਾਲ ਦੇ ਅਖੀਰਲੇ ਸਾਲਾਂ ਦੇ ਵਿੱਚ ਸਾਰੇ ਦੇਸ਼ ਵਿੱਚ ਵਿਦਰੋਹ ਹੋਣ ਲੱਗੇ। ਇਬਰਾਹਿਮ ਲੋਧੀ ਦੇ ਕਾਲ ਵਿੱਚ ਤਾਂ ਇਨ੍ਹਾਂ ਵਿਦਰੋਹਾਂ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ। ਉਸ ਦੇ ਸਾਰੇ ਸਰਦਾਰ ਅਤੇ ਦਰਬਾਰੀ ਉਸ ਦੇ ਬੁਰੇ ਵਿਵਹਾਰ ਤੋਂ ਤੰਗ ਆ ਚੁੱਕੇ ਸਨ ਅਤੇ ਉਸ ਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗੇ ਸਨ। ਪ੍ਰਾਂਤਾਂ ਦੇ ਸ਼ਾਸਕ ਜਾਂ ਤਾਂ ਆਪਣੀ ਸੁਤੰਤਰਤਾ ਸਥਾਪਿਤ ਕਰਨ ਦੇ ਯਤਨ ਕਰਨ ਲੱਗੇ ਜਾਂ ਫਿਰ ਸਲਤਨਤ ਦੇ ਹੋਰ ਦਾਅਵੇਦਾਰ ਦਾ ਪੱਖ ਲੈ ਰਹੇ ਸਨ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਰਾਜਨੀਤਿਕ ਤੌਰ 'ਤੇ ਜੋ ਉਸ ਸਮੇਂ ਦੇ ਸ਼ਾਸਕ ਸਨ ਬਹੁਤ ਹੀ ਜ਼ਿਆਦਾ ਨਿਰਕੁਸ਼ ਸਨ, ਜਿਸ ਕਰਕੇ ਜਨਤਾ ਅਤੇ ਉਹਨਾਂ ਦੇ ਜੋ ਰਾਜ ਦੇ ਦਰਬਾਰੀ ਸਨ ਸਭ ਉਹਨਾਂ ਤੋਂ ਪਰੇਸ਼ਾਨ ਸਨ ਅਤੇ ਸਾਰੇ ਉਹਨਾਂ ਤੋਂ ਸੁਤੰਤਰ ਹੋਣਾ ਚਾਹੁੰਦੇ ਸਨ। ਇਸ ਲਈ ਸਾਰੇ ਸੂਬੇਦਾਰਾਂ ਦੀ ਦ੍ਰਿਸ਼ਟੀ ਪੰਜਾਬ 'ਤੇ ਟਿਕੀ ਹੋਈ ਸੀ। ਸਿੱਟੇ ਵਜੋਂ ਸਾਰਾ ਪੰਜਾਬ ਇੱਕ ਜੋ ਅਰਾਜਕਤਾ ਦੀ ਲਪੇਟ ਵਿੱਚ ਆ ਚੁੱਕਾ ਸੀ।
ਸੋ ਰਾਜਨੀਤਿਕ ਅਵਸਥਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੀ ਜੋ ਰਾਜਨੀਤਿਕ ਦਸ਼ਾ ਬਹੁਤ ਜ਼ਿਆਦਾ ਖਰਾਬ ਸੀ। ਜੋ ਰਾਜੇ ਸਨ, ਸ਼ਾਸਕ ਸਨ, ਉਹ ਵੀ ਪੂਰੀ ਤਰ੍ਹਾਂ ਨਾਲ ਭ੍ਰਿਸ਼ਟ ਸਨ ਤੇ ਲੋਭ ਮੋਹ ਮਾਇਆ ਦੇ ਵਿੱਚ ਫਸੇ ਹੋਏ ਸਨ ਤੇ ਜਨਤਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਤੇ ਜਨਤਾ 'ਤੇ ਬਹੁਤ ਹੀ ਜ਼ਿਆਦਾ ਜ਼ੁਲਮ ਕੀਤੇ ਜਾਂਦੇ ਸਨ। ਹਰ ਪਾਸੇ ਅਨਿਆਏ ਦਾ ਬੋਲਬਾਲਾ ਸੀ। ਸ਼ਾਸਕ ਵਰਗ ਭੋਗ ਵਿਲਾਸ ਵਿੱਚ ਪੂਰੀ ਤਰ੍ਹਾਂ ਮਗਨ ਰਹਿੰਦੇ ਸਨ। ਸਰਕਾਰੀ ਕਰਮਚਾਰੀ ਵੀ ਪੂਰੀ ਤਰ੍ਹਾਂ ਨਾਲ ਭ੍ਰਿਸ਼ਟ ਹੋ ਚੁੱਕੇ ਸਨ। ਸਾਰੇ ਆਪਣੇ ਕਰਤੱਵਾਂ ਦਾ ਪਾਲਣ ਨਹੀਂ ਕਰਦੇ ਸਨ। ਸੋ ਇਹਨਾਂ ਸਾਰੇ ਹਾਲਾਤਾਂ ਵਿੱਚ ਨਿਆਂ ਨਾਂ ਦੀ ਕੋਈ ਵੀ ਚੀਜ਼ ਨਹੀਂ ਸੀ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੇ ਵਿੱਚ ਰਾਜਨੀਤਿਕ ਦਸ਼ਾ ਬਹੁਤ ਹੀ ਜ਼ਿਆਦਾ ਬੁਰੀ ਸੀ। ਇਸ ਸਮੇਂ ਕਈ ਪ੍ਰਕਾਰ ਦੇ ਯੁੱਧ ਵੀ ਹੋਏ। ਇਸ ਕਾਲ ਵਿੱਚ ਪੰਜਾਬ ਦਾ ਜੋ ਹੈ ਯੁੱਧ ਦਾ ਅਖਾੜਾ ਬਣਿਆ ਹੋਇਆ ਸੀ। ਸਾਰੇ ਜੋ ਪੰਜਾਬ ਉੱਤੇ ਆਪਣਾ ਅਧਿਕਾਰ ਜਮਾ ਕੇ ਸੱਤਾ ਜੋ ਹੈ ਹਥਿਆਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗੇ ਹੋਏ ਸਨ। ਸਾਰੇ ਸਰਦਾਰ, ਸੂਬੇਦਾਰ ਤੇ ਦਰਬਾਰੀਆਂ ਦੀਆਂ ਸਾਜ਼ਿਸ਼ਾਂ 'ਚ ਅਤੇ ਅਭਿਲਾਸ਼ਾਵਾਂ ਨੇ ਕਈ ਯੁੱਧਾਂ ਨੂੰ ਜਨਮ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਕਈ ਪ੍ਰਕਾਰ ਦੇ ਯੁੱਧ ਵੀ ਹੋਏ। ਇਹ ਸਾਰੇ ਯੁੱਧ ਪੰਜਾਬ ਦੀ ਸੱਤਾ ਨੂੰ ਪ੍ਰਾਪਤ ਕਰਨ ਦੇ ਲਈ ਹੋਏ। ਇਸ ਸਮੇਂ ਇਬਰਾਹਿਮ ਲੋਧੀ ਤੇ ਦੌਲਤ ਖਾਨ ਲੋਧੀ ਵਿੱਚ ਵੀ ਸੰਘਰਸ਼ ਚੱਲਿਆ ਤੇ ਬਾਬਰ ਨੇ ਵੀ ਕਈ ਹਮਲੇ ਸ਼ੁਰੂ ਕੀਤੇ। ਅੱਗੇ ਅਸੀਂ ਗੱਲ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੋ ਸਮਾਜਿਕ ਅਵਸਥਾ ਕਿਸ ਤਰ੍ਹਾਂ ਦੀ ਸੀ। ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਜੋ ਸੀ ਸਮਾਜਿਕ ਅਵਸਥਾ ਇਸ ਪ੍ਰਕਾਰ ਦੀ ਸੀ ਕਿ ਜੋ ਸਮਾਜ ਹੈ ਸਾਡਾ ਹਿੰਦੂ ਸਮਾਜ ਹੈ ਵੱਖ-ਵੱਖ ਸ਼੍ਰੇਣੀਆਂ ਜਾਤਾਂ ਦੇ ਵਿੱਚ ਵੰਡਿਆ ਹੋਇਆ ਸੀ। ਉਹ ਜਾਤਾਂ ਸਨ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਹਨਾਂ ਜਾਤਾਂ ਤੋਂ ਇਲਾਵਾ ਹੋਰ ਵੀ ਕੋਈ ਉਪਜਾਤਾਂ ਪੈਦਾ ਹੋ ਚੁੱਕੀਆਂ ਸਨ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਬ੍ਰਾਹਮਣ ਸਮਾਜ ਦਾ ਜੋ ਸੀਗੀ ਸਭ ਤੋਂ ਉੱਚ ਸ਼੍ਰੇਣੀ ਵਿੱਚ ਸਨ ਤੇ ਬ੍ਰਾਹਮਣ ਸਮਾਜ ਵਿੱਚ ਆਪਣਾ ਫਰਜ਼ ਭੁੱਲ ਕੇ ਸਵਾਰਥੀ ਬਣ ਚੁੱਕੇ ਸਨ। ਉਹ ਉਸ ਸਮੇਂ ਦੇ ਸ਼ਾਸਕਾਂ ਦੀ ਚਾਪਲੂਸੀ ਕਰਕੇ ਆਪਣੀ ਸ਼੍ਰੇਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ। ਆਮ ਲੋਕਾਂ ਉੱਤੇ ਬ੍ਰਾਹਮਣਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਬ੍ਰਾਹਮਣਾਂ ਦੇ ਕਾਰਨ ਲੋਕ ਕਈ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਹੋਏ ਸਨ ਤੇ ਬ੍ਰਾਹਮਣ ਕਈ ਤਰ੍ਹਾਂ ਦੀਆਂ ਰਸਮਾਂ ਕਰਵਾਉਣ ਦੇ ਲਈ ਵਿੱਚ ਮੋਟੀ ਜੋ ਰਕਮ ਹੈ ਲੈਂਦੇ ਸਨ। ਵੈਸ਼ ਤੇ ਖੱਤਰੀਆਂ ਦੀ ਹਾਲਤ ਠੀਕ ਸੀ, ਨਾ ਬਹੁਤੀ ਚੰਗੀ ਸੀ ਤੇ ਨਾ ਹੀ ਬਹੁਤੀ ਮਾੜੀ ਸੀ। ਸ਼ੂਦਰਾਂ ਨੂੰ ਸਭ ਤੋਂ ਜ਼ਿਆਦਾ ਨੀਵਾਂ ਜੋ ਦਰਜਾ ਦਿੱਤਾ ਜਾਂਦਾ ਸੀ ਸਮਾਜ ਦੇ ਵਿੱਚ। ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਸੀ। ਉਹਨਾਂ ਨੂੰ ਅਛੂਤ ਸਮਝ ਕੇ ਉਹਨਾਂ ਨਾਲ ਨਫ਼ਰਤ ਕੀਤੀ ਜਾਂਦੀ ਸੀ ਕਿ ਉਹਨਾਂ ਦੁਆਰਾ ਕੋਈ ਵੀ ਚੀਜ਼ ਜੋ ਛੂਹ ਲਈ ਜਾਂਦੀ ਸੀ ਉਸ ਨੂੰ ਅਛੂਤ ਮੰਨਿਆ ਜਾਂਦਾ ਸੀ ਤੇ ਉਹਨਾਂ ਨਾਲ ਨਫ਼ਰਤ ਕੀਤੀ ਜਾਂਦੀ ਸੀ। ਹਿੰਦੂਆਂ ਦੀਆਂ ਜਾਤਾਂ ਅਤੇ ਉਪਜਾਤਾਂ ਵਿੱਚ ਆਪਸੀ ਸੰਬੰਧ ਘੱਟ ਹੀ ਸਨ ਤੇ ਸਭ ਦੇ ਰੀਤੀ ਰਿਵਾਜ ਵੀ ਵੱਖ-ਵੱਖ ਹੀ ਸਨ। ਜੇਕਰ ਅਸੀਂ ਗੱਲ ਕਰੀਏ ਕਿ ਮੁਸਲਮਾਨ ਜੋ ਸਨ ਲੋਕ ਉਹਨਾਂ ਦੀ ਉਹ ਕਿਹੜੀਆਂ ਸ਼੍ਰੇਣੀਆਂ ਦੇ ਵਿੱਚ ਵੰਡੇ ਹੋਏ ਸਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਜੋ ਮੁਸਲਮਾਨ ਦੇ ਸਨ ਉਹਨਾਂ ਦੇ ਧਾਰਮਿਕ ਆਗੂ ਸਨ ਜਿਨ੍ਹਾਂ ਨੂੰ ਉਲਮਾ ਅਤੇ ਸੈਦ ਕਿਹਾ ਜਾਂਦਾ ਸੀ। ਜੋ ਮੁਸਲਮਾਨਾਂ ਦੇ ਧਾਰਮਿਕ ਆਗੂ ਸਨ ਉਲਮਾ, ਉਹਨਾਂ ਨੂੰ ਧਾਰਮਿਕ ਸ਼੍ਰੇਣੀ ਦੇ ਨੇਤਾ ਕਿਹਾ ਜਾਂਦਾ ਸੀ। ਜਿਨ੍ਹਾਂ ਦਾ ਅਰਥ ਹੈ ਕਿ ਧਾਰਮਿਕ ਸਾਹਿਤ ਦਾ ਗਿਆਨ ਜਿਨ੍ਹਾਂ ਨੂੰ ਪ੍ਰਾਪਤ ਹੋਵੇ। ਸੈਦ ਉਲਮਾ ਤੋਂ ਇਲਾਵਾ ਇੱਕ ਸੈਯਦਾਂ ਦੀ ਸ਼੍ਰੇਣੀ ਵੀ ਸੀ ਜੋ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਔਲਾਦ ਮੰਨਦੇ ਸਨ ਤੇ ਸਮਾਜ ਵਿੱਚ ਇਹਨਾਂ ਨੂੰ ਉੱਚਾ ਦਰਜਾ ਪ੍ਰਾਪਤ ਸੀ ਤੇ ਇਹਨਾਂ ਦਾ ਬਹੁਤ ਜ਼ਿਆਦਾ ਆਦਰ ਮਾਣ ਸੀ। ਤਾਂ ਮੁਸਲਮਾਨ ਲੋਕਾਂ ਦਾ ਜੋ ਸੀ ਭੋਜਨ ਜੋ ਅਮੀਰ ਸ਼੍ਰੇਣੀਆਂ ਦਾ ਉਹਨਾਂ ਦਾ ਭੋਜਨ ਕਿਸ ਤਰ੍ਹਾਂ ਦਾ ਸੀ। ਮੁਸਲਿਮ ਸਮਾਜ ਵਿੱਚ ਅਮੀਰਾਂ, ਸਰਦਾਰਾਂ, ਸ਼ੇਖ, ਮੁੱਲਾ ਅਤੇ ਕਾਜ਼ੀਆਂ ਦਾ ਭੋਜਨ ਬਹੁਤ ਹੀ ਜ਼ਿਆਦਾ ਘਿਓ ਵਾਲਾ ਹੁੰਦਾ ਸੀ। ਉਹਨਾਂ ਦੇ ਭੋਜਨ ਵਿੱਚ ਮਿਰਚ ਮਸਾਲੇ ਦੀ ਵਰਤੋਂ ਕੀਤੀ ਹੁੰਦੀ ਸੀ। ਪੁਲਾਓ ਅਤੇ ਕੋਰਮਾ ਉਹਨਾਂ ਦਾ ਮਨ ਭਾਉਂਦਾ ਖਾਣਾ ਸੀ। ਮਿੱਠੇ ਪਕਵਾਨਾਂ ਅਤੇ ਹਲਵਾ ਅਤੇ ਸ਼ਰਬਤ ਬਹੁਤ ਹੀ ਜ਼ਿਆਦਾ ਪ੍ਰਚਲਿਤ ਸਨ। ਉੱਚੀ ਸ਼੍ਰੇਣੀ ਦੇ ਮੁਸਲਮਾਨਾਂ ਵਿੱਚ ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਕਰਨ ਦੀ ਪ੍ਰਥਾ ਵੀ ਪ੍ਰਚਲਿਤ ਸੀ। ਪਰ ਜੋ ਸਧਾਰਨ ਲੋਕਾਂ ਦਾ ਭੋਜਨ ਹੈ ਜੋ ਮੁਸਲਮਾਨ ਸ਼੍ਰੇਣੀ ਨਾਲ ਸੰਬੰਧਿਤ ਸਨ, ਸਧਾਰਨ ਮੁਸਲਮਾਨ ਮਾਸਾਹਾਰੀ ਸਨ।
ਕਣਕ ਦੀ ਰੋਟੀ ਤੇ ਭੁੰਨਿਆ ਹੋਇਆ ਮਾਸ ਉਹਨਾਂ ਦਾ ਨਿੱਤ ਰੋਜ਼ਾਨਾ ਜੀਵਨ ਦਾ ਭੋਜਨ ਸੀ। ਇਹ ਭੋਜਨ ਬਾਜ਼ਾਰਾਂ ਵਿੱਚੋਂ ਵੀ ਪੱਕਾ ਪਕਾਇਆ ਮਿਲ ਜਾਂਦਾ ਸੀ ਤੇ ਮੁਸਲਮਾਨ ਕਾਮੇ ਭੋਜਨ ਨਾਲ ਲੱਸੀ ਵੀ ਪੀਂਦੇ ਸਨ। ਜੇਕਰ ਅਸੀਂ ਅੱਗੇ ਗੱਲ ਕਰੀਏ ਕਿ ਮੁਸਲਮਾਨ ਲੋਕਾਂ ਦੇ ਪਹਿਰਾਵੇ ਦੇ ਬਾਰੇ, ਉੱਚ ਸ਼੍ਰੇਣੀ ਦੇ ਲੋਕ ਬਹੁਤ ਹੀ ਜ਼ਿਆਦਾ ਭੜਕੀਲੇ ਤੇ ਕੀਮਤੀ ਵਸਤਰ ਪਾਉਂਦੇ ਸਨ। ਉਹਨਾਂ ਦੇ ਕੱਪੜੇ ਰੇਸ਼ਮੀ ਤੇ ਵਧੀਆ ਸੂਤ ਦੇ ਬਣੇ ਹੁੰਦੇ ਸਨ। ਅਮੀਰ ਲੋਕ ਤੁਰਲੇ ਵਾਲੀਆਂ ਪੱਗਾਂ ਬੰਨ੍ਹਦੇ ਸਨ ਤੇ ਪੱਗਾਂ ਨੂੰ ਚੀਰਾ ਵੀ ਕਿਹਾ ਜਾਂਦਾ ਸੀ। ਸ਼ਾਹੀ ਤੇ ਗੁਲਾਮ ਮੁਸਲਮਾਨ ਸ਼੍ਰੇਣੀ ਕਮਰ ਕੱਸਾ ਕਰਦੇ ਸਨ। ਉਹ ਆਪਣੀ ਜੇਬ ਵਿੱਚ ਰੁਮਾਲ ਰੱਖਦੇ ਸਨ, ਲਾਲ ਜੁੱਤੀ ਪਹਿਨਦੇ ਸਨ ਤੇ ਸਿਰ ਉੱਤੇ ਕਾਮਜੀ ਪੱਗ ਹੁੰਦੀ ਸੀ। ਧਾਰਮਿਕ ਵਰਗ ਦੇ ਜੋ ਲੋਕ ਸਨ ਸੂਤੀ ਕੱਪੜੇ ਪਹਿਨਦੇ ਸਨ। ਉਹ 7 ਗਜ਼ਾਂ ਦੀ ਪੱਗ ਬੰਨ੍ਹਦੇ ਸਨ। ਉਹ ਪਿੱਠ ਉੱਤੇ ਪੱਗ ਦਾ ਲੜ ਵੀ ਛੱਡਦੇ ਸਨ ਤੇ ਸੂਫੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ। ਸਧਾਰਨ ਲੋਕ ਕਮੀਜ਼ ਪਜਾਮਾ ਪਹਿਨਦੇ ਸਨ ਤੇ ਜੁਰਾਬ ਜੁੱਤੀ ਪਹਿਨਦੇ ਸਨ ਤੇ ਮੁਸਲਮਾਨ ਇਸਤਰੀਆਂ ਜੰਪਰ ਘੱਗਰਾ ਅਤੇ ਹੇਠਾਂ ਤੰਗ ਪਜਾਮਾ ਪਹਿਨਦੀਆਂ ਸਨ। ਜੇਕਰ ਅਸੀਂ ਗੱਲ ਕਰੀਏ ਕਿ ਜੋ ਉਸ ਸਮੇਂ ਦੀ ਸਮਾਜਿਕ ਜੋ ਅਵਸਥਾ ਦੇ ਵਿੱਚ ਗੁਲਾਮ ਸ਼੍ਰੇਣੀ ਦਾ ਵੀ ਵਰਣਨ ਮਿਲਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇਂ ਗੁਲਾਮਾਂ ਦੀ ਪ੍ਰਥਾ ਵੀ ਪ੍ਰਚਲਿਤ ਸੀ। ਗੁਲਾਮਾਂ ਦਾ ਮੁਸਲਿਮ ਸਮਾਜ ਵਿੱਚ ਸਭ ਤੋਂ ਨੀਵਾਂ ਸਥਾਨ ਸੀ। ਇਹਨਾਂ ਵਿੱਚ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਅਤੇ ਹਿਜੜੇ ਸ਼ਾਮਿਲ ਸਨ। ਯੁੱਧ ਕੈਦੀਆਂ ਨੂੰ ਵੀ ਗੁਲਾਮ ਬਣਾਇਆ ਜਾਂਦਾ ਸੀ ਤੇ ਕੁਝ ਗੁਲਾਮ ਦੇਸ਼ਾਂ ਤੋਂ ਵੀ ਲਿਆਏ ਜਾਂਦੇ ਸਨ। ਗੁਲਾਮ ਹਿਜੜਿਆਂ ਨੂੰ ਬੇਗਮਾਂ ਦੀ ਸੇਵਾ ਲਈ ਹਰਮਾਂ ਦੇ ਵਿੱਚ ਰੱਖਿਆ ਜਾਂਦਾ ਸੀ। ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ ਪਰਚਾਵੇ ਦਾ ਸਾਧਨ ਹੁੰਦੀਆਂ ਸਨ। ਇਹਨਾਂ ਨੂੰ ਢਿੱਡ ਭਰਨ ਲਈ ਸਿਰਫ ਖਾਣਾ ਦਿੱਤਾ ਜਾਂਦਾ ਸੀ ਤੇ ਉਹਨਾਂ ਦੀ ਸਮਾਜਿਕ ਅਵਸਥਾ ਉਹਨਾਂ ਦੇ ਮਾਲਕ ਦੇ ਸੁਭਾਅ ਉੱਤੇ ਨਿਰਭਰ ਕਰਦੀ ਸੀ ਕਿ ਉਹਨਾਂ ਦੇ ਜੋ ਮਾਲਕ ਨੇ ਉਹਨਾਂ ਨੂੰ ਕਿੰਨੀ ਕੁ ਜੋ ਹੈ ਐਸ਼ੋ ਆਰਾਮ ਦਾ ਜੀਵਨ ਪ੍ਰਦਾਨ ਕਰਨਾ ਹੈ। ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਕਈ ਵਾਰ ਉੱਚ ਪਦਵੀਆਂ ਵੀ ਪ੍ਰਾਪਤ ਕਰ ਲੈਂਦੇ ਸਨ ਤੇ ਗੁਲਾਮੀ ਤੋਂ ਛੁਟਕਾਰਾ ਪਾ ਲੈਂਦੇ ਸਨ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਵਿੱਚ ਸਮਾਜਿਕ ਅਵਸਥਾ ਵੀ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਸੀ। ਉਸ ਸਮੇਂ ਦੇ ਜੋ ਸ਼ਾਸਕ ਸਨ ਪੂਰੀ ਤਰ੍ਹਾਂ ਭ੍ਰਸ਼ਟ ਸਨ ਤੇ ਭੋਗ ਵਿਲਾਸ ਦੇ ਜੀਵਨ ਬਤੀਤ ਕਰਦੇ ਸਨ। ਪ੍ਰਜਾ ਬਹੁਤ ਹੀ ਜ਼ਿਆਦਾ ਦੁਖੀ ਸੀ ਤੇ ਪ੍ਰਜਾ 'ਤੇ ਬਹੁਤ ਹੀ ਜ਼ਿਆਦਾ ਅਤਿਆਚਾਰ ਕੀਤੇ ਜਾਂਦੇ ਸਨ। ਉਸ ਸਮੇਂ ਦੇ ਸਮਾਜ ਵਿੱਚ ਕਾਫੀ ਤਰ੍ਹਾਂ ਦੇ ਵਹਿਮ ਭਰਮ ਅਗਿਆਨਤਾ ਜੋ ਸੀ ਪ੍ਰਚਲਿਤ ਸੀ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਵਿੱਚ ਹਿੰਦੂ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਕਾਫੀ ਤਰ੍ਹਾਂ ਦੇ ਯੱਗ ਹਵਨ ਕੀਤੇ ਜਾਂਦੇ ਸਨ ਤੇ ਦੇਵਤਿਆਂ ਨੂੰ ਖੁਸ਼ ਕਰਨ ਦੇ ਲਈ ਕਾਫੀ ਬਲੀਆਂ ਦਿੱਤੀਆਂ ਜਾਂਦੀਆਂ ਸਨ। ਬਹੁਤ ਸਾਰੇ ਲੋਕ ਜਾਦੂ ਟੂਣੇ ਕਰਦੇ ਸਨ, ਤਵੀਤਾਂ ਅਤੇ ਕਰਾਮਾਤਾਂ ਵਿੱਚ ਵਿਸ਼ਵਾਸ ਰੱਖਦੇ ਸਨ। ਉਸ ਸਮੇਂ ਦੀ ਰਾਜਨੀਤਿਕ ਅਵਸਥਾ ਨੂੰ ਦੇਖ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਕਿ ਕੋਈ ਵੀ ਅਜਿਹਾ ਵਿਅਕਤੀ ਨਹੀਂ ਜੋ ਰਿਸ਼ਵਤ ਲੈਂਦਾ ਜਾਂ ਦਿੰਦਾ ਨਾ ਹੋਵੇ। ਸ਼ਾਸਕ ਵੀ ਤਦ ਨਿਆਂ ਕਰਦਾ ਹੈ ਜਦ ਉਸ ਦੀ ਮੁੱਠੀ ਗਰਮ ਕਰ ਦਿੱਤੀ ਜਾਵੇ। ਤਾਂ ਨਿਆਂ ਦੁਨੀਆ ਤੋਂ ਉੱਡ ਹੀ ਗਿਆ ਸੀ। ਹਰ ਪਾਸੇ ਅਰਾਜਕਤਾ ਦਾ, ਜ਼ੁਲਮ ਦਾ ਬੋਲਬਾਲਾ ਸੀ। ਉਸ ਸਮੇਂ ਦੇ ਜੋ ਸ਼ਾਸਕ ਸੀ ਉਹਨਾਂ ਦੇ ਹੱਥ ਵਿੱਚ ਪੰਜਾਬ ਦੀ ਵਾਂਗਡੋਰ ਸੀ ਤੇ ਜੋ ਪੰਜਾਬ ਦੀ ਜੋ ਰਾਜਨੀਤਿਕ ਤੇ ਸਮਾਜਿਕ ਅਵਸਥਾ ਨੂੰ ਦਿਨ ਬ ਦਿਨ ਹਨੇਰੇ ਦੇ ਵਿੱਚ ਲੈ ਕੇ ਜਾ ਰਹੇ ਸਨ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਤੇ ਜੋ ਸਮਾਜਿਕ ਦਸ਼ਾ ਬਹੁਤ ਹੀ ਜ਼ਿਆਦਾ ਬੁਰੀ ਸੀ। ਇਸਤਰੀਆਂ ਨੂੰ ਵੀ ਉਸ ਸਮੇਂ ਕਾਫੀ ਨੀਵਾਂ ਦਰਜਾ ਦਿੱਤਾ ਜਾਂਦਾ ਸੀ। ਉਹਨਾਂ 'ਤੇ ਵੀ ਕਾਫੀ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਸੀ। ਉਹਨਾਂ ਨੂੰ ਵੀ ਆਪਣਾ ਜੀਵਨ ਬਹੁਤ ਹੀ ਸਾਦੇ ਢੰਗ ਨਾਲ ਬਤੀਤ ਕਰਨਾ ਪੈਂਦਾ ਸੀ। ਇਸਤਰੀਆਂ ਨੂੰ ਜ਼ਿਆਦਾ ਆਜ਼ਾਦੀ ਨਹੀਂ ਦਿੱਤੀ ਗਈ ਸੀ। ਬਹੁਤ ਸਾਰੀਆਂ ਜੋ ਇਸਤਰੀਆਂ ਸਨ ਉਹਨਾਂ ਨੂੰ ਜ਼ਿਆਦਾਤਰ ਮਨ ਪਰਚਾਵੇ ਦਾ ਸਾਧਨ ਸਮਝਿਆ ਜਾਂਦਾ ਸੀ। ਤਾਂ ਉਸ ਸਮੇਂ ਜੋ ਹੈ ਇਸਤਰੀਆਂ ਦੀ ਦਸ਼ਾ ਬਹੁਤ ਹੀ ਜ਼ਿਆਦਾ ਬੁਰੀ ਸੀ। ਸਮਾਜ ਦੇ ਵਿੱਚ ਜੋ ਮੁਸਲਮਾਨ ਉੱਚ ਜੋ ਸ਼੍ਰੇਣੀ ਨਾਲ ਸੰਬੰਧਿਤ ਕੇਵਲ ਲੋਕ ਸਨ ਉਹਨਾਂ ਦੀ ਜੋ ਹਾਲਤ ਹੈ ਉਹੀ ਕੇਵਲ ਠੀਕ ਸੀ। ਬਾਕੀ ਜੋ ਸਾਰੀ ਜਨਤਾ ਹੈ ਕਾਫੀ ਤੰਗ ਸੀ ਉਸ ਸਮੇਂ ਦੇ ਸ਼ਾਸਕਾਂ ਤੋਂ।
ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੀ ਜੋ ਰਾਜਨੀਤਿਕ ਪੰਜਾਬ ਦੀ ਰਾਜਨੀਤਿਕ ਤੇ ਸਮਾਜਿਕ ਅਵਸਥਾ ਕਾਫੀ ਨਿਘਾਰ ਦੇ ਵਿੱਚ ਸੀ। ਲੋੜ ਸੀ ਇੱਕ ਅਜਿਹੇ ਨੇਤਾ ਦੀ ਜੋ ਇੱਕ ਪੰਜਾਬ ਨੂੰ ਇਹਨਾਂ ਹਨੇਰਿਆਂ ਦੇ ਵਿੱਚੋਂ ਕੱਢ ਸਕੇ ਤੇ ਪੰਜਾਬ ਨੂੰ ਮੁੜ ਤੋਂ ਨਵੀਂ ਸੇਧ ਦੇ ਸਕੇ। ਤਾਂ ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਚਰਚਾ ਕੀਤੀ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੰਜਾਬ ਦੀ ਰਾਜਨੀਤਿਕ ਤੇ ਸਮਾਜਿਕ ਅਵਸਥਾ ਕੀ ਸੀ। ਥੈਂਕਸ, ਹੈਵ ਅ ਨਾਈਸ ਡੇ।